ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਸੰਗਤ ਜੀ, ਅੱਜ ਆਪਾਂ A1 ਪੰਜਾਬੀ ਚੈਨਲ ਦੇ ਮਾਧਿਅਮ ਰਾਹੀਂ ਇੱਕ ਛੋਟੀ ਜਿਹੀ ਵਿਚਾਰ ਅਰਦਾਸ ਬਾਰੇ ਵਿਚਾਰ ਸਾਂਝੇ ਕਰਾਂਗੇ ਕਿ ਜੋ ਅਰਦਾਸ ਗੁਰੂ ਘਰ ਦੇ ਵਿੱਚ ਕੀਤੀ ਜਾਂਦੀ ਹੈ। ਸੋ ਸਤਿਗੁਰਾਂ ਨੇ ਇਹ ਜੋ ਅਰਦਾਸ ਆਪਾਂ ਨੂੰ ਬਖਸ਼ਿਸ਼ ਕੀਤੀ ਹੈ, ਇੱਕ 4 ਅੱਖਰ ਜੋੜ ਕੇ ਸਤਿਗੁਰਾਂ ਨੇ ਇਹ ਸਾਨੂੰ ਅਰਦਾਸ ਦਾ ਨਾਮ ਦੇ ਕੇ ਇਹ ਅਰਦਾਸ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੀ ਸੀ। ਸੋ ਸੰਗਤ ਜੀ, ਉਹੀ ਅੱਜ 4 ਅੱਖਰ ਆਪਾਂ ਸੰਗਤ ਦੇ ਨਾਲ ਸਾਂਝੇ ਕਰਨ ਜਾ ਰਹੇ ਹਾਂ ਕਿ ਜੋ ਇਹ 4 ਅੱਖਰ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕੀਤੇ ਨੇ, ਇਸ ਅੱਖਰਾਂ ਦਾ ਕੀ ਮਹੱਤਵ ਹੈ, ਕਿਉਂ ਸਤਿਗੁਰਾਂ ਨੇ ਇੱਕ ਇੱਕ ਅੱਖਰ ਜੋੜ ਕੇ ਅਰਦਾਸ ਦਾ ਹੀ ਨਾਮ ਸਾਨੂੰ ਬਖਸ਼ਿਸ਼ ਕੀਤਾ ਹੈ। ਸੋ ਆਓ ਸਰਵਣ ਕਰਦੇ ਹਾਂ ਕਿ ਜੇ 4 ਅੱਖਰ ਨੇ ਸੰਗਤ ਜੀ, 4 ਅੱਖਰ ਨੇ ਸਤਿਗੁਰਾਂ ਨੇ ਜੋ ਬਖਸ਼ਿਸ਼ ਕੀਤਾ ਹੈ, ਐੜਾ, ਰਾਰਾ, ਦੱਦਾ ਤੇ ਸੱਸਾ। ਇਹ 4 ਅਲੱਗ-ਅਲੱਗ ਅੱਖਰ ਨੇ ਤੇ ਸਤਿਗੁਰਾਂ ਨੇ ਇੱਕ ਇੱਕ ਅੱਖਰ ਬਾਰੇ ਸਾਨੂੰ ਗੁਰਬਾਣੀ ਦੇ ਮਾਧਿਅਮ ਰਾਹੀਂ ਸਮਝਾਉਣਾ ਕੀਤਾ ਹੈ ਕਿ ਇਹ ਅੱਖਰ ਦੀ ਕੀ ਮਹੱਤਤਾ ਹੈ ਤੇ ਕਿਉਂ ਸਤਿਗੁਰਾਂ ਨੇ ਅਰਦਾਸ ਦਾ ਹੀ ਨਾਮ ਇਹਨਾਂ ਨੂੰ ਦਿੱਤਾ ਗਿਆ ਹੈ। ਅਰਦਾਸ ਕੀ ਹੈ? ਅਰਦਾਸ ਇੱਕ ਉਹ ਹੈ ਜੋ ਗੁਰੂ ਘਰ ਦੇ ਵਿੱਚ ਅਰਦਾਸ ਤੋਂ ਬਿਨਾਂ ਕੋਈ ਵੀ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ। ਚਾਹੇ ਕਿਸੇ ਤਰ੍ਹਾਂ ਦਾ ਵੀ ਕੋਈ ਕਾਰਜ ਹੋਵੇ, ਗੁਰਬਾਣੀ ਪੜ੍ਹ ਰਿਹਾ ਹੋਵੇ, ਅਖੰਡ ਪਾਠ ਸਾਹਿਬ ਦੀ ਆਰੰਭਤਾ ਹੋਵੇ ਜਾਂ ਸਹਿਜ ਪਾਠ ਸਾਹਿਬ ਦੀ ਆਰੰਭਤਾ ਹੋਵੇ ਜਾਂ ਉਹਦੀ ਸਮਾਪਤੀ ਹੋਵੇ, ਅਰਦਾਸ ਤੋਂ ਬਿਨਾਂ ਗੁਰੂ ਘਰ ਦੇ ਵਿੱਚ ਕੋਈ ਵੀ ਕਾਰਜ ਸੰਪੂਰਨ ਨਹੀਂ ਮੰਨਿਆ ਜਾਂਦਾ। ਸੋ ਸੰਗਤ ਜੀ, ਆਓ ਇਹੀ 4 ਅੱਖਰਾਂ ਬਾਰੇ ਅੱਜ ਵਿਚਾਰ ਕਰਦੇ ਹਾਂ ਕਿ ਸਤਿਗੁਰ ਮਹਾਰਾਜ ਜੀ ਨੇ ਇਹ 4 ਅੱਖਰ ਜੋੜ ਕੇ ਸਾਨੂੰ ਅਰਦਾਸ ਬਾਰੇ ਕੀ ਸਮਝਾਉਣਾ ਕੀਤਾ ਹੈ। ਸੋ ਸੰਗਤ ਜੀ, ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਅਰਦਾਸ ਇਕੱਤਰ ਕਰਕੇ ਸਾਨੂੰ ਬਖਸ਼ਿਸ਼ ਕੀਤੀ ਤਾਂ ਸਤਿਗੁਰੂ ਮਹਾਰਾਜ ਜੀ ਨੇ ਪਹਿਲਾਂ 4 ਅੱਖਰ ਦੇ ਉੱਪਰ ਵਿਚਾਰ ਕੀਤੇ ਕਿ ਇਹ ਜੋ ਨਾਮ ਅਰਦਾਸ ਦਾ ਸੰਗਤ ਨੂੰ ਦੇਣਾ ਹੈ, ਕਿਉਂਕਿ ਪਤਾ ਹੋਣਾ ਚਾਹੀਦਾ ਕਿ ਇਹ 4 ਅੱਖਰ ਸਤਿਗੁਰਾਂ ਨੇ ਕਿਉਂ ਚੁਣੇ, ਇਹਦਾ ਕੀ ਮਹੱਤਵ ਹੈ। ਤੇ ਸਤਿਗੁਰੂ ਮਹਾਰਾਜ ਜੀ ਨੇ ਸਭ ਤੋਂ ਪਹਿਲਾ ਅੱਖਰ ਚੁਣਿਆ ਐੜਾ, ਅਰਦਾਸ। ਐੜੇ ਦਾ ਸੰਗਤ ਜੀ ਕੀ ਮਹੱਤਵ ਹੈ? ਸਤਿਗੁਰੂ ਮਹਾਰਾਜ ਜੀ ਸੰਗਤ ਨੂੰ ਸਮਝਾਉਣਾ ਕਰਦੇ ਨੇ ਕਿ ਇਹ ਪ੍ਰਾਣੀ, ਆਪਾਂ ਜਿਸ ਅੱਗੇ ਅੱਜ ਅਰਦਾਸ ਕਰਨ ਜਾ ਰਹੇ ਹਾਂ, ਜਿਸ ਅੱਗੇ ਬੇਨਤੀ ਕਰਨ ਜਾ ਰਹੇ ਹਾਂ, ਜਿਸ ਤੋਂ ਕੁਝ ਮੰਗਣ ਜਾ ਰਹੇ ਹਾਂ, ਉਹ ਹੈ ਕੌਣ ਤੇ ਕੀ ਉਸ ਕੋਲ ਕਿੰਨੀ ਕੁ ਸਮਰੱਥਾ ਹੈ ਕਿ ਉਹ ਸਾਡੇ ਕੰਮ ਨੂੰ ਪੂਰਨ ਕਰ ਸਕਦਾ ਹੈ। ਕਿਉਂਕਿ ਸੰਗਤ ਜੀ, ਜਦੋਂ ਦੁਨੀਆ ਦੇ ਵਿੱਚ ਆਪਾਂ ਕੋਈ ਵੀ ਕੰਮ ਕਿਸੇ ਤੋਂ ਕਰਵਾਉਣਾ ਹੋਵੇ ਨਾ, ਤਾਂ ਪਹਿਲਾਂ ਆਪਾਂ ਵਿਚਾਰ ਕਰਦੇ ਹਾਂ ਕਿ ਮੈਂ ਫਲਾਣੇ ਸਿੰਘ ਕੋਲ ਜਾ ਰਿਹਾ ਹਾਂ, ਕਿ ਮੈਂ ਉਸ ਨੂੰ ਕੰਮ ਸੌਂਪਦਾ, ਕਿ ਉਹ ਮੇਰਾ ਕੰਮ ਸੰਪੂਰਨ ਕਰਨ ਯੋਗ ਹੈ ਕਿ ਨਹੀਂ। ਕਈ ਵਾਰੀ ਤਾਂ ਆਪਾਂ ਦੂਸਰੇ ਇਨਸਾਨ ਨੂੰ ਵੀ ਜਾ ਕੇ ਪੁੱਛਦਾ ਹਾਂ ਕਿ ਭਾਈ ਫਲਾਣੇ ਸਿੰਘ ਤੋਂ ਮੈਂ ਕੋਈ ਕੰਮ ਕਰਵਾਉਣਾ ਹੈ, ਕੀ ਉਹ ਕਰ ਸਕਦਾ? ਫਿਰ ਜੋ ਅੱਗੋਂ ਜਵਾਬ ਦਿੰਦਾ, ਆਪਾਂ ਉਹਦੇ ਮੁਤਾਬਕ ਹੀ ਆਪਾਂ ਉਸ ਤੇ ਐਕਸ਼ਨ ਲੈਂਦੇ ਹਾਂ। ਤਾਂ ਸੰਗਤ ਜੀ, ਇਸ ਤਰ੍ਹਾਂ ਹੀ ਸਤਿਗੁਰੂ ਮਹਾਰਾਜ ਜੀ ਸੰਗਤ ਨੂੰ ਸਮਝਾਉਣਾ ਕਰਦੇ ਨੇ ਕਿ ਪ੍ਰਾਣੀ ਸਮਝ ਕਿ ਜਿਸ ਅੱਗੇ ਤੂੰ ਅੱਜ ਅਰਦਾਸ ਕਰਨ ਜਾ ਰਿਹਾ ਹੈ, ਉਹ ਹੈ ਕੌਣ ਹੈ। ਸਤਿਗੁਰੂ ਮਹਾਰਾਜ ਜੀ ਨੇ ਪਹਿਲਾ ਅੱਖਰ ਆਪਾਂ ਨੂੰ ਬਖਸ਼ਿਸ਼ ਕੀਤਾ ਐੜਾ, ਤੇ ਐੜੇ ਦਾ ਮਹੱਤਵ ਹੈ ਅੰਤਰਜਾਮੀ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਪ੍ਰਾਣੀ ਜਿਹੜਾ ਤੈਨੂੰ ਅੱਖਰ ਅੱਜ ਅਸੀਂ ਬਖਸ਼ਿਸ਼ ਕਰ ਰਹੇ ਆ ਨਾ, ਜਿਸ ਦੇ ਅੱਗੇ ਅੱਜ ਅਰਦਾਸ ਕਰਨ ਜਾ ਰਿਹਾ ਹੈ, ਮਨ ਦੇ ਵਿੱਚ ਇੱਕ ਗੱਲ ਧਾਰਨਾ ਕਰ ਲੈ ਕਿ ਉਹ ਸਭ ਕਟਾਂ ਦੀ ਜਾਣਨਹਾਰ ਅੰਤਰਜਾਮੀ ਪਰਮੇਸ਼ਵਰ ਹੈ। ਕਿਉਂਕਿ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਵੀ ਫਰਮਾਨ ਕਰਦੇ ਨੇ ਕਿ ਜੋ ਅਕਾਲ ਪੁਰਖ ਪਰਮਾਤਮਾ ਹੈ, ਉਹ ਸਭ ਕੁਝ ਜਾਣਨਹਾਰ ਹੈ, ਸਭ ਕੁਝ ਜਾਣਦਾ ਹੈ, ਉਹ ਅੰਤਰਜਾਮੀ ਹੈ। ਤਾਂ ਇਸੇ ਕਰਕੇ ਪ੍ਰਾਣੀ ਨੂੰ ਸਤਿਗੁਰੂ ਮਹਾਰਾਜ ਜੀ ਨੇ ਸਮਝਾਉਣਾ ਕੀਤਾ ਕਿ ਪ੍ਰਾਣੀ, ਇਹ ਜੋ ਅੱਖਰ ਤੈਨੂੰ ਅੱਜ ਬਖਸ਼ਿਸ਼ ਕਰ ਰਿਹਾ, ਤੂੰ ਮਨ ਦੇ ਵਿੱਚ ਧਾਰ ਕਿ ਮੈਂ ਜਿਸ ਅੱਗੇ ਅੱਜ ਅਰਦਾਸ ਕਰ ਰਿਹਾ ਹਾਂ, ਉਹ ਅੰਤਰਜਾਮੀ ਹੈ, ਉਹ ਸਭ ਕੁਝ ਜਾਣਦਾ ਹੈ। ਤੂੰ ਇਹ ਨਾ ਸੋਚ ਕਿ ਗੁਰੂ ਘਰ ਜਾ ਕੇ ਅਰਦਾਸ ਕਰਵਾ ਰਿਹਾ ਹੈ ਪਰ ਤੇਰੇ ਮਨ ਵਿੱਚ ਕੁਝ ਹੋਰ ਚੱਲ ਰਿਹਾ ਹੈ। ਉਹ ਸਤਿਗੁਰੂ ਮਹਾਰਾਜ ਸਭ ਕੁਝ ਜਾਣਦੇ ਹਨ, ਕਿਉਂਕਿ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਵਿਣ ਬੋਲਿਆ ਸਭ ਕੁਝ ਜਾਣਦਾ, ਕਿਸ ਆਗੈ ਕੀਚੈ ਅਰਦਾਸ। ਅਰਦਾਸ ਇੱਕ ਭਾਵਨਾ ਦਾ, ਇੱਕ ਸ਼ਰਧਾ ਦਾ ਸਰੂਪ ਹੈ। ਕਿਉਂਕਿ ਸੰਗਤ ਜੀ, ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਐੜਾ ਅਕਸ਼ਰ ਆਪਾਂ ਨੂੰ ਬਖਸ਼ ਦਿੱਤਾ ਹੈ ਨਾ, ਇਹ ਐੜਾ ਅੱਖਰ ਦਾ ਮਤਲਬ ਹੈ ਕਿ ਜਿਸ ਅੱਗੇ ਅੱਜ ਅਰਦਾਸ ਕਰਨ ਜਾ ਰਹੇ ਆ ਨਾ, ਉਹ ਅੰਤਰਜਾਮੀ ਹੈ, ਸਭ ਕੁਝ ਜਾਣਦਾ ਹੈ, ਜਾਣਨਹਾਰ ਹੈ। ਤਾਂ ਅਗਲਾ ਅੱਖਰ ਸਤਿਗੁਰੂ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਹੈ ਰਾਰਾ। ਐੜੇ ਦੇ ਨਾਲ ਰਾਰਾ ਨਾਲ ਲਾਤਾ ਸਤਿਗੁਰਾਂ ਨੇ। ਹੁਣ ਸਤਿਗੁਰੂ ਮਹਾਰਾਜ ਰਾਰੇ ਬਾਰੇ ਕੀ ਸਮਝਾਉਣਾ ਕਰਦੇ ਨੇ? ਸਤਿਗੁਰੂ ਮਹਾਰਾਜ ਰਾਰੇ ਬਾਰੇ ਕਹਿੰਦੇ ਨੇ, ਸੰਗਤ ਜੀ, ਇਹ ਜੋ ਰਾਰਾ ਹੈ, ਰਾਰੇ ਦਾ ਮਤਲਬ ਹੈ ਰਖਵਾਲਾ, ਰਾਖਾ। ਕਿ ਪ੍ਰਾਣੀ ਤੂੰ ਇਹ ਨਾ ਸੋਚ ਕਿ ਜਿਸ ਅੱਗੇ ਤੂੰ ਅੱਜ ਅਰਦਾਸ ਕਰ ਰਿਹਾ ਹੈ, ਉਹ ਅਰਦਾਸ ਸਿਰਫ ਤੇਰੇ ਕੰਮ ਕਰਨ ਯੋਗ ਹੀ ਹੈ। ਜਿਸ ਅੱਗੇ ਤੂੰ ਅਰਦਾਸ ਕਰ ਰਿਹਾ ਨਾ, ਉਹ ਤੇਰਾ ਇਕੱਲਾ ਕੰਮ ਹੀ ਨਹੀਂ ਕਰੇਗਾ, ਤੇਰੀ ਰੱਖਿਆ ਵੀ ਕਰੇਗਾ।
ਤੇਰਾ ਰਖਵਾਲਾ ਵੀ ਕਰੇਗਾ। ਕਿਉਂਕਿ ਗੁਰਬਾਣੀ ਆਪਾਂ ਨੂੰ ਸਿਧਾਂਤ ਦਿੰਦੀ ਹੈ, ਗੁਰਬਾਣੀ ਵਿੱਚ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਰਾਖਾ ਏਕ ਹਮਾਰਾ ਸੁਆਮੀ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਇਹ ਜੋ ਰਾਰਾ ਅੱਖਰ ਤੈਨੂੰ ਦਿੱਤਾ ਹੈ ਨਾ, ਮਨ ਦੇ ਵਿੱਚ ਵਿਚਾਰ ਧਾਰ ਲੈ ਕਿ ਜਿਸ ਅੱਗੇ ਤੂੰ ਅੱਜ ਅਰਦਾਸ ਕਰਨ ਜਾ ਰਿਹਾ ਨਾ, ਉਹ ਤੇਰੇ ਇਕੱਲੇ ਕੰਮ ਹੀ ਨਹੀਂ ਕਰੇਗਾ, ਤੇਰੀ ਰੱਖਿਆ ਵੀ ਕਰੇਗਾ, ਤੇਰਾ ਰਾਖਾ ਵੀ ਉਹੀ ਹੈ। ਕਿਉਂਕਿ ਇੱਕ ਅਕਾਲ ਪੁਰਖ ਪਰਮਾਤਮਾ ਹੈ ਜਿਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਤਾਂ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਸਮਝਾਉਣਾ ਕਰਦੇ ਨੇ ਰਾਖਾ ਏਕ ਹਮਾਰਾ ਸੁਆਮੀ। ਰਾਖਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ ਜਿਹਦੀ ਸਾਨੂੰ ਸਤਿਗੁਰਾਂ ਮਹਾਰਾਜ ਜੀ ਨੇ ਬਖਸ਼ਿਸ਼ ਕਰਾਈ ਹੈ। ਰਾਖਾ ਉਹੀ ਹੈ ਜਿਹੜੀ ਸਾਡੀ ਰੱਖਿਆ ਕਰ ਸਕਦਾ ਹੈ, ਜਿਸ ਕੋਲ ਕੋਈ ਸਮਰੱਥਾ ਹੈ, ਕਿਉਂਕਿ ਉਹੀ ਇੱਕ ਹੈ ਜਿਹੜਾ ਮੇਰੀ ਰੱਖਿਆ ਕਰ ਸਕਦਾ ਹੈ। ਬਾਕੀ ਦੁਨੀਆ ਦੇ ਵਿੱਚ ਤਾਂ ਕੋਈ ਰੱਖਿਆ ਹੈ ਹੀ ਨਹੀਂ। ਜਦੋਂ ਸੰਗਤ ਜੀ ਘਰ ਤੋਂ ਬਾਹਰ ਨਿਕਲਦੇ ਆ ਤਾਂ ਆਪਾਂ ਇਕੱਲੇ ਆ, ਤਾਂ ਘਰ ਦੇ ਵਿੱਚ 4 ਜੀ ਇਕੱਠੇ ਆ। ਜਦੋਂ ਆਪਾਂ ਇਕੱਤਰ ਹੁੰਨੇ ਆ 4 ਜੀ ਇਕੱਠੇ ਆ ਤਾਂ ਆਪਾਂ ਨੂੰ ਇੱਕ ਦੂਜੇ ਦਾ ਸਹਾਰਾ ਹੁੰਦਾ ਹੈ ਕਿ ਜੇ ਕੋਈ ਮੁਸ਼ਕਲ ਆ ਜਾਂਦੀ ਹੈ ਜਾਂ ਘਰ ਵਿੱਚ ਕੋਈ ਅਨਚਿੱਤੀ ਬਣ ਜਾਂਦੀ ਹੈ ਤਾਂ ਇੱਕ ਦੂਜੇ ਦੇ ਅਸੀਂ ਰਖਵਾਲੇ ਬਣ ਜਾਂਦੇ ਆ। ਸਾਨੂੰ ਇੱਕ ਭੈ ਬਣ ਜਾਂਦਾ ਹੈ ਕਿ ਮੇਰੇ ਨਾਲ ਇਹ ਆਦਮੀ ਖੜਾ, ਮੈਨੂੰ ਡਰ ਕਿਸੇ ਗੱਲ ਦਾ ਨਹੀਂ। ਤਾਂ ਇਸੇ ਕਰਕੇ ਸੰਗਤ ਜੀ ਸਤਿਗੁਰੂ ਮਹਾਰਾਜ ਸਮਝਾਉਣਾ ਕਰਦੇ ਹਨ, ਜੀਵ ਜਿਸ ਦੇ ਅੱਜ ਤੂੰ ਚਰਨੇ ਲੱਗ ਰਿਹਾ ਹੈ, ਜਿਸ ਨੂੰ ਤੂੰ ਅਰਦਾਸ ਕਰ ਰਿਹਾ ਹੈ, ਉਹ ਤੇਰਾ ਇੱਕ ਰਖਵਾਲਾ ਵੀ ਹੈ, ਰਾਖਾ ਵੀ ਹੈ। ਕਿਉਂਕਿ ਜਦੋਂ ਤੂੰ ਉਹਦੇ ਅੱਗੇ ਜਾ ਕੇ ਅਰਦਾਸ ਕਰੇਗਾ, ਉਹ ਤੋਂ ਕੁਝ ਮੰਗੇਗਾ ਤਾਂ ਉਹ ਤੇਰਾ ਰਖਵਾਲਾ ਵੀ ਬਣ ਜਾਏਗਾ। ਤੇ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ ਰਾਖਾ ਏਕ ਹਮਾਰਾ ਸੁਆਮੀ। ਅੱਗੇ ਪੰਕਤੀ ਮਹਾਰਾਜ ਜੀ ਨੇ ਉਹੀ ਜੋੜਤੀ, ਕੀ ਕਹਿੰਦੇ ਨੇ? ਸਗਲ ਕਟਾਕਾਂ ਅੰਤਰਜਾਮੀ। ਕਿਉਂਕਿ ਅੰਤਰਜਾਮੀ ਮਹਾਰਾਜ ਨੇ ਸਾਨੂੰ ਪਹਿਲਾਂ ਹੀ ਕਹਿਤਾ ਐੜੇ ਅੱਖਰ ਦੇ ਨਾਲ। ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਐੜਾ ਅੱਖਰ ਬਖਸ਼ਿਸ਼ ਕੀਤੀ ਹੈ ਕੌਣ ਹੈ? ਅੰਤਰਜਾਮੀ। ਤੇ ਰਾਰਾ ਨਾਲ ਜੋੜਤਾ ਤੇ ਗੁਰਬਾਣੀ ਵਿੱਚ ਵੀ ਉਹੀ ਫਰਮਾਨ ਕਰਤਾ ਫਿਰ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰਜਾਮੀ। ਕਿਉਂਕਿ ਉਹ ਘਟਾ ਦੀਆਂ ਜਾਣਦਾ ਹੈ, ਜਾਣਨਹਾਰ ਹੈ। ਇਹ ਨਹੀਂ ਕਿ ਆਪਾਂ ਮਨ ਦੇ ਵਿੱਚ ਵਿਚਾਰ ਕੋਈ ਲੈ ਕੇ ਜਾਈਏ ਤੇ ਅੱਗੇ ਕੁਝ ਹੋਰ, ਕਿਉਂਕਿ ਉਹ ਸਾਰੇ ਮਨ ਦੀ ਜਾਣਨਹਾਰ ਹੈ, ਉਹ ਜਾਣਦਾ ਹੈ, ਉਹ ਅੰਤਰਜਾਮੀ ਹੈ। ਸਭ ਕੁਝ ਉਹ ਪਤਾ ਹੈ ਉਹਨੂੰ ਕਿਸ ਟਾਈਮ ਤੇ ਕਿਸੇ ਨੂੰ ਕੀ ਦੇਣਾ, ਸਭ ਕੁਝ ਜਾਣਦਾ ਹੈ। ਇਸ ਕਰਕੇ ਸਤ ਸੰਗਤ ਜੀ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ, ਪ੍ਰਾਣੀ ਜਿਸ ਅੱਗੇ ਤੂੰ ਅਰਦਾਸ ਕਰ ਰਿਹਾ ਨਾ, ਤੂੰ ਮਨ ਦੇ ਵਿੱਚ ਵਿਸ਼ਵਾਸ ਕਰ ਕਿ ਉਹ ਅੰਤਰਜਾਮੀ ਹੈ, ਤੇਰੀ ਘਟਾ ਦੀ ਜਾਣਦਾ ਹੈ ਤੇ ਤੇਰਾ ਰੱਖ ਹੈ। ਜਦੋਂ ਕਈ ਵਾਰੀ ਸੰਗਤ ਜੀ ਆਪਾਂ ਕੀ ਕਰਦੇ ਆ, ਆਪਣਾ ਕੋਈ ਕਾਰਜ ਅੜਿਆ ਹੁੰਦਾ, ਆਪਾਂ ਗੁਰੂ ਘਰ ਵਿੱਚ ਜਾ ਕੇ ਗ੍ਰੰਥੀ ਸਿੰਘ ਨੂੰ ਕਹਿੰਦੇ ਆ ਕਿ ਸਾਡੀ ਅਰਦਾਸ ਕਰ ਦਿਓ ਜੇ ਅਸੀਂ ਅੱਜ ਇਸ ਕਾਰਜ ਵਾਸਤੇ ਜਾਣਾ ਜਾਂ ਇਹ ਕਾਰਜ ਸਾਡਾ ਅੜਿਆ ਹੋਇਆ ਹੈ। ਅਰਦਾਸ ਤਾਂ ਆਪਾਂ ਕਰਵਾ ਕੇ ਜਦੋਂ ਆਪਾਂ ਗੁਰੂ ਘਰ ਤੋਂ ਘਰ ਤੱਕ ਜਾਂਦੇ ਆ, ਕੋਈ ਨਾ ਕੋਈ ਪ੍ਰਾਣੀ ਆਪਾਂ ਨੂੰ ਮਿਲਦਾ ਹੈ ਜਾਂ ਘਰ ਦੇ ਵਿੱਚ ਹੀ ਗੱਲ ਹੁੰਦੀ ਹੈ ਕਿ ਭਾਈ ਇਹ ਤੇਰਾ ਕਾਰਜ ਸੀ ਉਹ ਬਣਿਆ ਨਹੀਂ, ਜਾਂ ਘਰ ਦੇ ਵਿੱਚ ਹੀ ਆਪਾਂ ਕਈ ਵਾਰੀ ਮਾਤਾ ਪਿਤਾ ਕਹਿ ਦਿੰਦੇ ਨੇ, ਸਪੁੱਤਰ ਕਹਿ ਦਿੰਦੇ ਨੇ, ਘਰ ਵਾਲੀ ਕਹਿ ਦਿੰਦੀ ਹੈ ਕਿ ਗੁਰੂ ਘਰ ਅਰਦਾਸ ਕਰਾਏ ਜੀ ਅੱਜ, ਤੇ ਆਪਾਂ ਪਤਾ ਕੀ ਕਹਿੰਦੇ ਆ, ਹਾਂਜੀ ਅਰਦਾਸ ਤਾਂ ਕਰਾਏ, ਬਾਕੀ ਸਤਿਗੁਰੂ ਨੂੰ ਪਤਾ ਹੈ ਕਿ ਉਹ ਕੀ ਕਰਨਗੇ। ਇੱਥੇ ਕੀ ਹੋ ਗਿਆ? ਆਪਣਾ ਵਿਸ਼ਵਾਸ ਟੁੱਟ ਗਿਆ। ਅਰਦਾਸ ਤਾਂ ਆਪਾਂ ਕਰਵਾਤੀ, ਆਪਣਾ ਵਿਸ਼ਵਾਸ ਟੁੱਟ ਗਿਆ ਕਿ ਮੈਂ ਅਰਦਾਸ ਤਾਂ ਕਰਾਇਆ ਪਰ ਪਤਾ ਨਹੀਂ ਉਹ ਕੰਮ ਹੋਣਾ ਕਿ ਨਹੀਂ ਹੋਣਾ। ਤਾਂ ਸੰਗਤ ਜੀ ਇਹੀ ਗੱਲ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰ ਰਹੇ ਸੀਗੇ। ਸਤਿਗੁਰੂ ਮਹਾਰਾਜ ਕਹਿੰਦੇ ਨੇ ਉਹ ਤੇਰੇ ਦਿਲ ਦੀ ਪਹਿਲਾਂ ਹੀ ਜਾਣਦਾ ਹੈ, ਕਿੰਨੀ ਕੁ ਭਾਵਨਾ ਲੈ ਕੇ ਤੂੰ ਗੁਰੂ ਘਰ ਵਿੱਚ ਅਰਦਾਸ ਕਰਵਾ ਕੇ ਗਿਆ। ਤਾਂ ਸੰਗਤ ਜੀ ਅਰਦਾਸ ਦੀ ਬਹੁਤ ਵੱਡੀ ਮਹਾਨਤਾ ਹੈ। ਅਰਦਾਸ ਇੱਕ ਕਰਵਾਉਣੀ ਤੇ ਕਰਨੀ ਬਹੁਤ ਫਰਕ ਹੈ। ਤਾਂ ਸੰਗਤ ਜੀ ਇਸੇ ਕਰਕੇ ਹੀ ਆਪਾਂ ਜਦੋਂ ਅਰਦਾਸ ਕਰਵਾ ਕੇ ਘਰ ਵਿੱਚ ਵਾਪਸ ਜਾਂਦੇ ਆ ਤਾਂ ਉਹ ਵਿਸ਼ਵਾਸ ਆਪਾਂ ਨਾਲ ਲੈ ਕੇ ਨਹੀਂ ਜਾਂਦੇ, ਜਿਸ ਵਿਸ਼ਵਾਸ ਦੇ ਨਾਲ ਆਪਾਂ ਉਸ ਟਾਈਮ 2 ਮਿੰਟ ਖੜ ਕੇ ਅਰਦਾਸ ਕਰਾਈ ਹੁੰਦੀ ਹੈ। ਆਪਾਂ 2 ਮਿੰਟ ਖੜ ਕੇ ਅਰਦਾਸ ਤਾਂ ਕਰਾ ਦਿੰਨੇ ਆ, ਗ੍ਰੰਥੀ ਸਿੰਘ ਗੱਲ ਵਿੱਚ ਪੱਲਾ ਪਾ ਕੇ ਬੜੀ ਨਿਮਰਤਾ ਦੇ ਨਾਲ ਤੁਹਾਡੇ ਨਾਂ ਦੀ ਅਰਦਾਸ ਵੀ ਕਰ ਦਿੰਦਾ ਹੈ। ਆਪਾਂ ਕਹਿ ਕੇ ਵੀ ਤੁਰ ਜਾਂਦੇ ਆ ਪਰ ਉਹ ਵਿਸ਼ਵਾਸ ਉੱਥੇ ਹੀ ਛੱਡ ਜਾਂਦੇ ਆ। ਫਿਰ ਆਪਾਂ ਦੇਖਦੇ ਆ ਕਿ ਅਸੀਂ ਜਿਸ ਜਗ੍ਹਾ ਤੇ ਜਾ ਕੇ ਅਸੀਂ ਕੰਮ ਕਰਵਾਉਣਾ ਹੈ ਉੱਥੇ ਜਾ ਕੇ ਪਤਾ ਲੱਗੇਗਾ ਸਾਡਾ ਹੋਏਗਾ ਕਿ ਨਹੀਂ ਹੋਏਗਾ। ਤਾਂ ਇਸੇ ਕਰਕੇ ਸਤਿਗੁਰੂ ਮਹਾਰਾਜ ਆਪਣੇ ਘਟਾ ਦੀਆਂ ਸਭ ਕੁਝ ਪਹਿਲਾਂ ਹੀ ਜਾਣਦੇ ਨੇ। ਤੇ ਸਤਿਗੁਰੂ ਮਹਾਰਾਜ ਕਹਿ ਰਹੇ ਨੇ ਰਾਖਾ ਏਕ ਹਮਾਰਾ ਸੁਆਮੀ ਸਗਲ ਕਟਾਕਾਂ ਅੰਤਰਜਾਮੀ। ਉਹ ਘਟਾ ਦੀ ਜਾਣਨਹਾਰ ਹੈ। ਤੇ ਸਤਿਗੁਰੂ ਮਹਾਰਾਜ ਇਹ ਸਮਝਾਉਣਾ ਕਰਦੇ ਨੇ ਕਿ ਹੇ ਸੰਗਤ ਜੀ ਜਿਸ ਅੱਗੇ ਅਰਦਾਸ ਕਰ ਰਹੇ ਆ ਨਾ, ਕੱਲਾ ਉਹਨੂੰ ਇਹੀ ਨਾ ਮੰਨ ਕੇ ਚੱਲੋ ਕਿ ਤੁਹਾਡਾ ਕੰਮ ਹੀ ਕਰੇਗਾ। ਜਦੋਂ ਤੁਹਾਡੀ ਅਰਦਾਸ ਹੋਗੀ ਫਿਰ ਤੁਹਾਡੇ ਨਾਲ ਵੀ ਚੱਲਣਾ ਸ਼ੁਰੂ ਕਰ ਦੇਗਾ, ਉਹ ਰਾਖਾ ਬਣ ਕੇ ਚੱਲਦਾ ਹੈ। ਤੇ ਸਤਿਗੁਰੂ ਮਹਾਰਾਜ ਅਗਲੀ ਅੱਖਰ ਦੇ ਵਿੱਚ ਕੀ ਕਹਿੰਦੇ ਨੇ? ਐੜਾ ਰਾਰਾ ਦੱਦਾ। ਹੁਣ ਦੱਦੇ ਅੱਖਰ ਦੀ ਮਹਾਨਤਾ ਕੀ ਹੈ? ਦੱਦਾ ਅੱਖਰ ਸਤਿਗੁਰੂ ਮਹਾਰਾਜ ਨੇ ਸਾਨੂੰ ਕਿਉਂ ਬਖਸ਼ਿਆ? ਦੱਦੇ ਦਾ ਮਤਲਬ ਹੈ ਦਾਤਾਰ, ਦਾਤਾ ਦੇਣ ਵਾਲਾ। ਇੱਥੇ ਇੱਕ ਗੱਲਾਂ ਸੋਚਣ ਵਾਲੀਆਂ ਨੇ ਕਿ ਆਪਾਂ ਕਈ ਵਾਰੀ ਗੁਰੂ ਘਰ ਦੇ ਵਿੱਚ ਕੋਈ ਚੀਜ਼ ਦਾਨ ਕਰ ਦਿੰਨੇ ਆ ਜਾਂ ਪੱਥਰ ਲਵਾ ਦਿੰਨੇ ਆ ਤਾਂ ਉਸ ਪੱਥਰ ਦੇ ਉੱਪਰ ਬਹੁਤ ਹੀ ਸੋਹਣੇ ਸੁੰਦਰ ਅੱਖਰਾਂ ਵਿੱਚ ਲਿਖਵਾ ਦਿੰਨੇ ਆ, ਫਲਾਣਾ ਸਿੰਘ ਨੇ ਫਲਾਣੇ ਦੀ ਯਾਦ ਵਿੱਚ
ਸੇਵਾ ਕਰਵਾਈ। ਤਾਂ ਸੰਗਤ ਜੀ ਆਪਾਂ ਦਿੱਤਾ ਕਿਹਨੂੰ? ਕਿਉਂਕਿ ਗੁਰਬਾਣੀ ਕੀ ਕਹਿ ਰਹੀ ਹੈ? ਗੁਰਬਾਣੀ ਤਾਂ ਕਹਿੰਦੀ ਹੈ ਕਿ ਦੱਦਾ ਅਕਸ਼ਰ ਬਖਸ਼ਰ ਕੀਤਾ ਹੈ, ਉਹਦਾ ਮਤਲਬ ਹੈ ਦਾਤਾਰ। ਹੁਣ ਦਾਤਾਰ ਕੌਣ ਹੈ? ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਫਰਮਾਨ ਕਰਦੇ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਹੁਣ ਜਦੋਂ ਆਪਾਂ ਮੰਗਤੇ ਹੀ ਉਹਦੇ ਕੋਲੋਂ ਆ ਤੇ ਆਪਾਂ ਦੇਣੇ ਕਿਹਨੂੰ ਆ? ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਇਹੀ ਗੱਲ ਆਪਾਂ ਨੂੰ ਸਮਝਾਉਣਾ ਕਰਦੇ ਨੇ ਸੰਗਤ ਜੀ, ਜੋ ਇਹ ਦੱਦਾ ਅੱਖਰ ਤੁਹਾਨੂੰ ਬਖਸ਼ਿਸ਼ ਕਰ ਰਹੇ ਆ ਨਾ, ਇਹ ਦੱਦੇ ਅੱਖਰ ਦੇ ਨਾਲ ਤੁਹਾਨੂੰ ਬਹੁਤ ਵੱਡਾ ਇੱਕ ਮਹੱਤਤਾ ਦੇ ਦਿੱਤੀ ਹੈ ਕਿ ਉਹ ਕੌਣ ਹੈ? ਉਹ ਦੱਦਾ ਅੱਖਰ ਜੋੜਿਆ ਦਾਤਾਰ ਦੇ ਨਾਲ, ਕਿ ਜਿਸ ਅੱਗੇ ਤੋਂ ਅਰਦਾਸ ਕਰਨ ਜਾ ਰਿਹਾ ਉਹ ਦਾਤਾ ਦੇਣ ਵਾਲਾ ਹੈ, ਲੈਣ ਵਾਲਾ ਨਹੀਂ ਹੈ, ਮੰਗਣ ਵਾਲਾ ਨਹੀਂ ਹੈ, ਉਹ ਦੇਣ ਵਾਲਾ ਹੈ। ਕਿਉਂਕਿ ਗੁਰਬਾਣੀ ਵਿੱਚ ਫਰਮਾਨ ਆਉਂਦਾ ਹੈ, ਦੱਦਾ ਦਾਤਾ ਇੱਕ ਹੈ ਸਭ ਕੋ ਦੇਵਨਹਾਰ। ਉਹ ਸਾਰਿਆਂ ਨੂੰ ਦਿੰਦਾ ਹੈ। ਕਦੇ ਇਹ ਨਹੀਂ ਕਹਿੰਦਾ ਕਿ ਅੱਜ ਤੂੰ ਮੇਰੇ ਗੁਰੂ ਘਰ ਆ ਕੇ ਮੱਥਾ ਨਹੀਂ ਟੇਕਿਆ ਜਾਂ ਅੱਜ ਮੈਨੂੰ ਤੂੰ ਅਰਦਾਸ ਨਹੀਂ ਕੀਤੀ ਤੇ ਮੈਂ ਤੈਨੂੰ ਰੋਜੀ ਰੋਟੀ ਨਹੀਂ ਦੇਣੀ। ਨਹੀਂ, ਉਹਦੇ ਵਾਸਤੇ ਸਾਰਾ ਇੱਕ ਸਮਾਨ ਹੈ। ਦੱਦਾ ਦਾਤਾ ਇੱਕ ਹੈ, ਉਸ ਇੱਕ ਹੈ ਤੇ ਹਰੇਕ ਜੀਵ ਨੂੰ ਉਹ ਰੋਜੀ ਰੋਟੀ ਪ੍ਰਦਾਨ ਕਰਦਾ ਹੈ। ਤੇ ਗੁਰਬਾਣੀ ਵੀ ਆਪਾਂ ਨੂੰ ਇਹੀ ਗੱਲ ਸਮਝਾਉਣਾ ਕਰਦੀ ਹੈ ਤੇ ਆਪਾਂ ਫਿਰ ਵੀ ਗੁਰਬਾਣੀ ਦੇ ਸਿਧਾਂਤ ਨੂੰ ਸੁਣ ਵੀ ਲੈਂਦੇ ਆ, ਵਿਚਾਰ ਵੀ ਕਰ ਲੈਂਦੇ ਆ, ਪਰ ਉੱਤੇ ਸਿਧਾਂਤ ਤੇ ਚੱਲਦੇ ਨਹੀਂ। ਕਿਉਂਕਿ ਸੰਗਤ ਜੀ ਆਪਾਂ ਕਈ ਵਾਰੀ ਅਸੀਂ ਦੇਖਿਆ ਸਾਧਨਾ ਤੇ ਵੀ ਲਿਖਾਇਆ ਹੁੰਦਾ ਹੈ, ਕਈ ਜਗ੍ਹਾ ਤੇ ਅਸੀਂ ਦੇਖਿਆ ਤੂੰ ਦਾਤਾਰ ਦਾਤਾਰ ਤੇਰਾ ਦਿੱਤਾ ਖਾਵਣਾ। ਕਹਿ ਤਾਂ ਦਿੱਤਾ ਕਿ ਤੇਰਾ ਦਿੱਤਾ ਖਾਵਣਾ, ਪਰ ਕਦੇ ਸੋਚਿਆ ਕਿ ਉਹਦੇ ਦਿੱਤੇ ਤੋਂ ਹੀ ਆਪਾਂ ਉਹਨੂੰ ਦੇਣ ਲੱਗ ਜਾਂਦੇ ਆ। ਸੰਗਤ ਜੀ ਇਸੇ ਕਰਕੇ ਗੁਰਬਾਣੀ ਕਹਿੰਦੀ ਹੈ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇ ਦੇ ਤੋਟ ਨਾ ਆਵਈ ਅਗਨਤ ਪਰੇ ਭੰਡਾਰ। ਉਹ ਦਿੰਦਾ ਨਹੀਂ ਥੱਕਦਾ, ਆਪਾਂ ਲੈਂਦੇ ਥੱਕ ਜਾਂਦੇ ਆ। ਸੰਗਤ ਜੀ ਵਿਚਾਰ ਕਰਨ ਵਾਲੀ ਗੱਲ ਹੈ। ਹੁਣ ਅੱਜ ਆਪਾਂ ਕਿਸੇ ਨੂੰ ਉਧਾਰ ਪੈਸੇ ਦੇਣੇ ਨੇ, ਛੋਟੀ ਜਿਹੀ ਉਦਾਹਰਨ ਲੈਨੇ ਆ। ਜਦੋਂ ਆਪਣਾ ਕੋਈ ਸਾਖ ਸੰਬੰਧੀ ਕਿਸੇ ਨੂੰ ਕੋਈ ਮੁਸ਼ਕਲ ਪੈ ਜਾਂਦੀ ਹੈ ਨਾ, ਤਾਂ ਉਹ ਆਪਣੇ ਤੋਂ ਕੁਝ ਪੈਸੇ ਉਧਾਰ ਮੰਗਦਾ ਜਾਂ ਕੋਈ ਚੀਜ਼ ਉਧਾਰ ਮੰਗਦਾ, ਤਾਂ ਆਪਾਂ ਪਤਾ ਕੀ ਸੋਚਦੇ ਆ ਕਿ ਇਹਨੂੰ ਦੇ ਕੇ ਕੀ ਕਰਨਾ, ਇਹਨੇ ਕਿਹੜਾ ਸਾਨੂੰ ਵਾਪਸ ਕਰਨੇ ਨੇ। ਕਿਉਂ? ਕਿਉਂਕਿ ਆਪਾਂ ਨੂੰ ਪਤਾ ਕਿ ਉਹਦੀ ਕਿੰਨੀ ਕੁ ਸਮਰੱਥਾ ਹੈ ਦੇਣ ਦੀ। ਪਰ ਉਸ ਅਕਾਲ ਪੁਰਖ ਪਰਮਾਤਮਾ ਨੇ ਕਦੇ ਨਹੀਂ ਕਿਹਾ ਕਿ ਮੈਂ ਤੈਨੂੰ ਜਾਣਦਾ ਨਹੀਂ, ਮੈਂ ਤੇਰੀ ਰੋਜੀ ਰੋਟੀ ਕਿਉਂ ਪੂਰਨ ਕਰਾਂ, ਤੈਨੂੰ ਕਿਉਂ ਦੇਵਾਂ। ਸੰਗਤ ਜੀ ਉਹ ਤਾਂ ਦਾਤਾ ਹੈ, ਦੇਣ ਵਾਲਾ ਹੈ। ਚੰਗੇ ਬੁਰੇ ਨੂੰ ਆਪ ਪਛਾਣਦਾ, ਪਰ ਉਹ ਦਿੰਦਾ ਸਭ ਨੂੰ ਹੈ, ਕਿਉਂਕਿ ਉਹ ਆਪਣੀ ਰਜ਼ਾ ਵਿੱਚ ਦੁਨੀਆ ਨੂੰ ਰੱਖਦਾ ਹੈ। ਤੇ ਇਸੇ ਕਰਕੇ ਹੀ ਸਤਿਗੁਰੂ ਮਹਾਰਾਜ ਗੁਰਬਾਣੀ ਵਿੱਚ ਕਹਿੰਦੇ ਨੇ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਸਭ ਕੋ ਦਾ ਮਤਲਬ ਹੈ ਕੋਈ ਜੀਵ ਖਾਲੀ ਨਹੀਂ, ਕੋਈ ਖਾਲੀ ਨਹੀਂ ਰਹਿੰਦਾ। ਆਪਾਂ ਤਾਂ ਫਿਰ ਵੀ ਕੁਝ ਦੇਣ ਵਾਸਤੇ, ਜੇ ਆਪਾਂ ਨੂੰ ਕੋਈ ਜਾਣਦਾ ਨਹੀਂ ਨਾ, ਜੇ ਕੋਈ ਪੈਸੇ ਕੋਈ ਮੰਗਣ ਆ ਜਾਂਦਾ ਤਾਂ ਆਪਾਂ ਉਸ ਤੋਂ ਪਹਿਲਾਂ ਵਾਪਸ ਕਰਨ ਦੀ ਉਮੀਦ ਕਰ ਲੈਂਦੇ ਆ ਕਿ ਇਹ ਵਾਪਸ ਕਿਵੇਂ ਦੇਗਾ। ਫਿਰ ਆਪਾਂ ਇਹਨੂੰ ਕਹਿੰਦੇ ਆ ਕਿ ਕੋਈ ਗਰੰਟੀ ਪਾ, ਜਿਹੜਾ ਸਾਨੂੰ ਵੀ ਜਾਣਦਾ ਹੋਵੇ ਤੈਨੂੰ ਵੀ ਜਾਣਦਾ ਹੋਵੇ। ਪਰ ਕਦੇ ਅਕਾਲ ਪੁਰਖ ਪਰਮਾਤਮਾ ਨੇ ਕਿਹਾ ਕਿ ਮੈਂ ਤੈਨੂੰ ਰੋਜੀ ਰੋਟੀ ਦੇ ਰਿਹਾ, ਤੂੰ ਉਹਦੇ ਬਦਲੇ ਮੈਨੂੰ ਕੀ ਦੇਂਗਾ? ਕਦੇ ਕਿਹਾ ਕਿ ਅੱਜ ਤੈਨੂੰ ਮੈਂ ਰੋਜੀ ਰੋਟੀ ਦਿੱਤੀ ਹੈ ਤਾਂ ਤੂੰ ਮੈਨੂੰ ਅੱਜ ਮੰਨਿਆ ਨਹੀਂ, ਮੇਰੀ ਮਾਨਤਾ ਨਹੀਂ ਕੀਤੀ? ਨਹੀਂ, ਕਿਉਂਕਿ ਉਹ ਸਭ ਨੂੰ ਇੱਕ ਨਜ਼ਰ ਨਾਲ ਦੇਖਦਾ ਹੈ। ਸੰਗਤ ਜੀ ਸਤਿਗੁਰੂ ਮਹਾਰਾਜ ਸਾਨੂੰ ਇਹੀ ਸਮਝਾਉਣਾ ਕਰਦੇ ਨੇ ਕਿ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ। ਉਹ ਸਾਰਿਆਂ ਨੂੰ ਦਿੰਦਾ ਹੈ। ਸਤਿਗੁਰੂ ਮਹਾਰਾਜ ਨੇ ਦੱਦੇ ਦੀ ਦਾਤ ਸਾਨੂੰ ਤਾਂ ਹੀ ਬਖਸ਼ਿਸ਼ ਕੀਤੀ ਹੈ ਅਰਦਾਸ ਦੇ ਵਿੱਚ, ਫਿਰ ਦੇ ਦੇ ਤੋਟ ਨਾ ਆਵਈ ਅਗਨਤ ਪਰੇ ਭੰਡਾਰ। ਪਤਾ ਨਹੀਂ ਕਿੰਨੇ ਕ ਭੰਡਾਰ ਭਰੇ ਹੋਏ ਨੇ, ਪਤਾ ਨਹੀਂ ਕਿੰਨੇ ਕ ਭੰਡਾਰ ਭਰੇ ਹੋਏ ਨੇ ਜਿਹਦੇ ਵਿੱਚ ਉਹ ਦਿੰਦਾ ਹੈ, ਪਰ ਆਪਾਂ ਉਸ ਭੰਡਾਰ ਨੂੰ ਦੇਖ ਨਹੀਂ ਸਕਦੇ, ਕਿਉਂਕਿ ਆਪਣੀ ਨਜ਼ਰ ਉਸ ਭੰਡਾਰ ਤੱਕ ਨਹੀਂ ਪੈ ਸਕਦੀ, ਕਿਉਂਕਿ ਆਪਾਂ ਕੁਝ ਚੀਜ਼ਾਂ ਨੇ ਆਸ ਰੱਖ ਕੇ ਦੁਨੀਆ ਵਿੱਚ ਜਿਉਂਦੇ ਆ। ਸੋ ਸੰਗਤ ਜੀ ਸਤਿਗੁਰੂ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ, ਦੇ ਦੇ ਤੋਟ ਨਾ ਆਵਈ ਅਗਨਤ ਭਰੇ ਭੰਡਾਰ। ਦੱਦਾ ਅੱਖਰ ਕਿਉਂ ਦਿੱਤਾ ਹੈ ਕਿ हे ਜੀਵ, ਜਿਸ ਅੱਗੇ ਤੂੰ ਅਰਦਾਸ ਕਰ ਰਿਹਾ ਨਾ, ਉਹ ਅੰਤਰਜਾਮੀ ਵੀ ਹੈ, ਤੇਰਾ ਰਖਵਾਲਾ ਵੀ ਹੈ ਤੇ ਤੈਨੂੰ ਦੇਣ ਵਾਲਾ ਵੀ ਹੈ, ਤੇਰੀ ਪਾਲਣ ਪੋਸ਼ਣ ਕਰਨ ਵਾਲਾ ਵੀ ਹੈ। ਆਪਾਂ ਕਹਿ ਦਿੰਦੇ ਆ ਕਿ ਮੇਰੀ ਸਾਰੀ ਜ਼ਿੰਦਗੀ ਲੰਘ ਗਈ, ਮੈਂ ਤਾਂ ਬੱਚਿਆਂ ਦਾ ਪਾਲਣ ਪੋਸ਼ਣ ਕੀਤਾ। ਆਪਾਂ ਕੌਣ ਆ ਕਿਸੇ ਦਾ ਪਾਲਣ ਪੋਸ਼ਣ ਕਰਨ ਵਾਲੇ? ਕਿਉਂਕਿ ਉਹ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਇਸ ਦੁਨੀਆ ਵਿੱਚ ਜੀਵ ਨੂੰ ਜਨਮ ਦਿੱਤਾ ਹੈ ਨਾ, ਤਾਂ ਉਹਦਾ ਖਾਣਾ ਵੀ ਪਹਿਲਾਂ ਤੈਅ ਕੀਤਾ ਹੈ, ਉਹਦਾ ਮਰਨਾ ਵੀ ਤੈਅ ਕੀਤਾ ਹੈ। ਤੇ ਆਪਾਂ ਆਪਣੇ ਹਉਮੈ ਦੇ ਵਿੱਚ ਹੀ ਤੁਰੇ ਫਿਰਦੇ ਆ ਕਿ ਮੈਂ ਆਪਣੇ ਪੁੱਤਰ ਨਹੀਂ, ਆਪਣੀ ਬੇਟੀ ਦੀ ਸ਼ਾਦੀ ਕੀਤੀ ਹੈ, ਇਹਨੂੰ ਖਾਣ ਵਾਸਤੇ ਦਿੱਤਾ ਹੈ, ਸਾਰੀ ਜ਼ਿੰਦਗੀ ਇਹਦੀ ਪਰਵਿਸ਼ ਕੀਤੀ ਹੈ। ਆਪਾਂ ਕੌਣ ਆ? ਕਿਉਂਕਿ ਉਹ ਕਰਮ ਆਪਣੇ ਨਾਲ ਲਿਖਾ ਕੇ ਲੈ ਕੇ ਆਏ ਨੇ। ਸੰਗਤ ਜੀ ਆਪਾਂ ਅਰਦਾਸ ਜ਼ਰੂਰ ਕਰਾਉਂਦੇ ਆ, ਪਰ ਆਪਾਂ ਨੂੰ ਅਰਦਾਸ ਦੀ ਮਹੱਤਤਾ ਪਤਾ ਨਹੀਂ ਹੁੰਦੀ। ਸੋ ਇਸੇ ਕਰਕੇ ਸਤਿਗੁਰੂ ਮਹਾਰਾਜ ਜੀ ਇੱਕ ਇੱਕ ਅੱਖਰ ਜੋੜ ਕੇ ਅਕਾਲ ਪੁਰਖ ਪ੍ਰਮਾਤਮਾ ਨਾਲ ਜੋੜਨਾ ਕਰਦੇ ਨੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਐੜੇ ਦਾ ਮਤਲਬ ਅੰਤਰਜਾਮੀ, ਕਿ ਉਹ ਅੰਤਰਜਾਮੀ ਹੈ। ਰਾਰੇ ਦਾ ਮਤਲਬ ਰਖਵਾਲਾ, ਰਾਖਾ, ਜਿਹੜਾ ਹਰ ਵਕਤ ਤੁਹਾਡੇ ਨਾਲ ਰਹਿੰਦਾ ਹੈ। ਤਾਂ ਦੱਦੇ ਦਾ ਮਤਲਬ ਹੈ ਦਾਤਾਰ, ਜਿਹੜਾ ਸਾਨੂੰ ਖਾਣ ਨੂੰ ਦਿੰਦਾ ਹੈ। ਤਾਂ ਅਗਲਾ ਅੱਖਰ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਨੇ ਸੱਸਾ। ਹੁਣ ਸੱਸੇ ਦਾ ਮਤਲਬ ਕੀ ਹੈ? ਸਹਾਰਾ। ਹੁਣ ਜਦੋਂ ਸੰਗਤ ਜੀ ਦੁਨੀਆ ਵਿੱਚ ਕੋਈ ਸਹਾਰਾ ਨਾ ਰਵੇ,
ਸਾਰੇ ਦਰਵਾਜ਼ੇ ਬੰਦ ਹੋ ਜਾਂਦੇ ਨਾ, ਫਿਰ ਆਪਾਂ ਦਿਮਾਗ ਤੋਂ ਸੋਚਦੇ ਆ, ਜਾਂ ਕਈ ਵਾਰੀ ਕੋਈ ਕਹਿ ਵੀ ਦਿੰਦਾ ਹੈ ਕਿ ਕੀ ਤੇਰਾ ਇਹ ਕੰਮ ਨਹੀਂ ਬਣ ਰਿਹਾ, ਫਿਰ ਆਪਾਂ ਕੀ ਕਹਿੰਦੇ ਆ ਕਿ ਸਾਨੂੰ ਤਾਂ ਇੱਕੋ ਹੀ ਸਹਾਰਾ ਹੈ। ਉਹ ਸਹਾਰਾ ਕਿਹਦਾ ਹੈ? ਅਕਾਲ ਪੁਰਖ ਪਰਮਾਤਮਾ ਦਾ। ਤੇ ਉਹ ਕੌਣ ਹੈ? ਜਿਹਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ। ਪਰ ਆਪਾਂ ਦੁਨਿਆਵੀ ਵਿੱਚ ਲੈ ਕੇ ਨਾ, ਦੁਨਿਆਵੀ ਹੀ ਸਹਾਰੇ ਲੈ ਕੇ ਤੁਰਦੇ ਆ। ਹੁਣ ਚਾਰ ਗੱਲਾਂ ਸਤਿਗੁਰ ਮਹਾਰਾਜ ਨੇ ਇਕੱਠੀਆਂ ਕਰਤੀਆਂ। ਸਤਿਗੁਰ ਮਹਾਰਾਜ ਕਹਿੰਦੇ ਚਾਰ ਅੱਖਰਾਂ ਨਾਲ ਅਰਦਾਸ ਤਾਂ ਬਖਸ਼ਿਸ਼ ਕਰਤੀ, ਚਾਰੇ ਗੱਲਾਂ ਇਕੱਠੀਆਂ ਵੀ ਕਰਤੀਆਂ, ਪਰ ਸਮਝਦੇ ਆਪਾਂ ਫੇਰ ਨਹੀਂ। ਤੇ ਸਤਿਗੁਰ ਮਹਾਰਾਜ ਕਹਿੰਦੇ ਨੇ ਸੱਸੇ ਦਾ ਮਤਲਬ ਹੈ ਸਹਾਰਾ, ਕਿ ਉਹ ਅਕਾਲ ਪੁਰਖ ਪਰਮਾਤਮਾ ਜਿਹਦੇ ਅੱਗੇ ਅਰਦਾਸ ਕਰਨ ਜਾ ਰਹੇ ਆ ਨਾ, ਉਹ ਤੇਰਾ ਸਹਾਰਾ ਵੀ ਬਣਦਾ ਹੈ। ਰੱਖਿਆ ਤਾਂ ਕਰਦਾ ਹੈ, ਤੇਰਾ ਸਹਾਰਾ ਵੀ ਬਣਦਾ ਹੈ। ਹੁਣ ਸਹਾਰਾ ਕਈ ਤਰ੍ਹਾਂ ਦੇ ਵਰਡ ਚ ਆ ਜਾਂਦੇ ਨੇ। ਸਹਾਰਾ ਬੁਢੇਪੇ 'ਚ ਵੀ ਹੁੰਦਾ ਹੈ, ਸਹਾਰਾ ਕੋਈ ਸੱਟ ਫੇੜ ਲੱਗ ਗਈ ਉਹ ਵੀ ਹੁੰਦਾ ਹੈ, ਤੇ ਸਹਾਰਾ ਕਿਸੇ ਦੀ ਮਦਦ ਕਰਨਾ ਵੀ ਹੁੰਦਾ ਹੈ। ਕਿੰਨੇ ਸਹਾਰੇ ਨੇ। ਹੁਣ ਜਦੋਂ ਕਿਸੇ ਜੀਵ ਨੂੰ ਕਿਸੇ ਚੀਜ਼ ਦੀ ਲੋੜ ਪੈ ਜਾਂਦੀ ਹੈ ਤਾਂ ਉਹ ਫਿਰ ਸਹਾਰਾ ਲੈਂਦਾ ਕਿਸੇ ਨਾ ਕਿਸੇ ਦਾ। ਜਦੋਂ ਉਹਦੇ ਕੋਲ ਨਹੀਂ ਹੁੰਦੀ ਤਾਂ ਕਈ ਵਾਰੀ ਅਗਲਾ ਜੀਵ ਕਹਿ ਦਿੰਦਾ ਹੈ ਕਿ ਲੈ ਭਾਈ ਤੈਨੂੰ ਥੋੜਾ ਜਿਹਾ ਅਸੀਂ ਸਹਾਰਾ ਲਾ ਦਿੰਨੇ ਆ। ਤਾਂ ਸੰਗਤ ਜੀ ਇਹੀ ਗੱਲ ਸਤਿਗੁਰ ਮਹਾਰਾਜ ਸਾਨੂੰ ਸਮਝਾਉਣਾ ਕਰਦੇ ਨੇ ਕਿ ਜੀਵ ਇਹ ਜੋ ਸੱਸਾ ਅੱਖਰ ਤੁਹਾਨੂੰ ਬਖਸ਼ਿਸ਼ ਕੀਤਾ ਹੈ, ਇਹਦਾ ਮਤਲਬ ਹੈ ਕਿ ਉਹ ਅਕਾਲ ਪੁਰਖ ਪਰਮਾਤਮਾ ਆਪਾਂ ਨੂੰ ਸਹਾਰਾ ਵੀ ਲਾਉਂਦਾ ਹੈ, ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਆਉਣ ਦਿੰਦਾ। ਸਹਾਰੇ ਦਾ ਮਤਲਬ ਇਹੀ ਹੈ। ਜਦੋਂ ਕੋਈ ਬੰਦਾ ਕਿਸੇ ਨੂੰ ਸਹਾਰਾ ਲਾਉਂਦਾ ਤਾਂ ਉਹਦੀ ਉਹ ਕਮੀ ਪੂਰੀ ਹੋ ਜਾਂਦੀ ਹੈ। ਤਾਂ ਫਿਰ ਕਈ ਵਾਰੀ ਬਜ਼ੁਰਗ ਵੀ ਕਹਿ ਦਿੰਦੇ ਨੇ, ਜਾਂ ਆਪਾਂ ਕਿਸੇ ਕੋਲ ਗੱਲ ਵੀ ਕਰ ਦਿੰਨੇ ਆ, ਅਗਲਾ ਕਹਿੰਦਾ ਤੈਨੂੰ ਕਿਸੇ ਚੀਜ਼ ਦੀ ਕਮੀ ਤਾਂ ਨਹੀਂ, ਤੇ ਆਪਾਂ ਕਹਿ ਦਿੰਦੇ ਨਹੀਂ ਜੀ ਫਲਾਣਾ ਬੰਦੇ ਦਾ ਸਹਾਰਾ ਸਾਨੂੰ ਲੱਗਿਆ ਹੋਇਆ ਹੈ, ਸਾਡੀ ਉਹ ਮਦਦ ਕਰਦਾ ਹੈ, ਸਾਨੂੰ ਸਹਾਰਾ ਦਿੰਦਾ ਹੈ। ਇਸ ਤਰ੍ਹਾਂ ਹੀ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਆਪਾਂ ਅਰਦਾਸ ਕਰਦੇ ਆ ਨਾ ਸੰਗਤ ਜੀ, ਉਹ ਅਰਦਾਸ ਜਦੋਂ ਅਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਪਹੁੰਚਦੀ ਹੈ ਤਾਂ ਸਤਿਗੁਰ ਮਹਾਰਾਜ ਉਹ ਘਟ ਕੇ ਜਾਣਨਹਾਰ ਅੰਤਰਜਾਮੀ ਪਰਮੇਸ਼ਵਰ ਉਹ ਸਾਰਾ ਕੁਝ ਜਾਣਦੇ ਨੇ ਕਿ ਆਪਣੇ ਮਨ ਵਿੱਚ ਕੀ ਚੱਲ ਰਿਹਾ ਹੈ, ਆਪਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਹੁਣ ਗੁਰਬਾਣੀ ਕਹਿ ਰਹੀ ਹੈ ਨਾ, ਤੂੰ ਦਾਤਾ ਦਾਤਾਰ ਤੇਰਾ ਦਿੱਤਾ ਖਾਵਣਾ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਇਹਦਾ ਕੀ ਮਤਲਬ ਹੈ? ਉਹਨੂੰ ਪਤਾ ਹੈ ਕਿ ਆਪਣੀ ਜ਼ਰੂਰਤ ਕੀ ਹੈ, ਆਪਾਂ ਨੂੰ ਕਿਸ ਚੀਜ਼ ਦੀ ਲੋੜ ਹੈ। ਸੰਗਤ ਜੀ ਜਦੋਂ ਬੱਚਾ ਛੋਟਾ ਹੁੰਦਾ ਹੈ ਨਾ, ਮਾਤਾ ਨੂੰ ਪਤਾ ਹੁੰਦਾ ਹੈ ਕਿ ਮੇਰੇ ਬੱਚੇ ਨੂੰ ਭੁੱਖ ਲੱਗ ਗਈ, ਮਾਤਾ ਦੀਆਂ ਆਂਦਰਾਂ ਦੱਸ ਦਿੰਦੀਆਂ ਨੇ, ਪਰ ਉਹ ਉਦੋਂ ਤੱਕ ਆਪਣੇ ਬੱਚੇ ਨੂੰ ਦੁੱਧ ਨਹੀਂ ਪਿਆਉਂਦੀ ਜਦੋਂ ਤੱਕ ਉਹ ਰੋ ਕੇ ਮਾਂ ਕੋਲੋਂ ਦੁੱਧ ਨਹੀਂ ਮੰਗਦਾ। ਮਾਂ ਨੂੰ ਪਤਾ ਹੈ ਕਿ ਮੇਰੇ ਬੱਚੇ ਦੇ ਦੁੱਧ ਦਾ ਟਾਈਮ ਹੋ ਗਿਆ, ਪਰ ਉਹ ਕਦੇ ਆਪਣੇ ਆਪ ਚੁੱਕ ਕੇ ਦੁੱਧ ਨਹੀਂ ਪਿਆਉਂਦੀ। ਪਿਆਉਂਦੀ ਕਦੋਂ ਹੈ? ਜਦੋਂ ਬੱਚਾ ਰੋਏਗਾ, ਫਿਰ ਉਹਨੂੰ ਪਤਾ ਲੱਗ ਜਾਏਗਾ ਕਿ ਮੇਰੇ ਬੱਚੇ ਨੂੰ ਦੁੱਧ ਦੀ ਲੋੜ ਪੈ ਗਈ ਤੇ ਹੁਣ ਉਹਨੂੰ ਦੁੱਧ ਦੇਣਾ ਹੈ। ਇਸ ਤਰ੍ਹਾਂ ਹੀ ਅਕਾਲ ਪੁਰਖ ਪਰਮਾਤਮਾ ਹੈ, ਸਾਡਾ ਮਾਤਾ ਸਾਡੇ ਪਿਤਾ ਉਹੀ ਹੈ, ਆਪਾਂ ਉਹਦੇ ਸਾਰੇ ਬੱਚੇ ਹਾਂ ਸੰਗਤ ਜੀ। ਇਸੇ ਤਰ੍ਹਾਂ ਹੀ ਉਸ ਅਕਾਲ ਪੁਰਖ ਪਰਮਾਤਮਾ ਨੂੰ ਪਤਾ ਹੈ ਕਿ ਸਾਨੂੰ ਕਿਸ ਚੀਜ਼ ਦੀ ਲੋੜ ਹੈ, ਪਰ ਉਹ ਦੇਖਦਾ ਹੈ ਕਿ ਕਦੋਂ ਆ ਕੇ ਮੇਰੇ ਕੋਲ ਅਰਦਾਸ ਕਰੇਗਾ, ਕਦੋਂ ਇਹ ਮੇਰੇ ਕੋਲੋਂ ਮੰਗੇਗਾ ਤੇ ਕਦੋਂ ਮੈਂ ਇਹਨੂੰ ਦੇਵਾਂਗਾ। ਉਹਨੂੰ ਪਤਾ ਹੈ, ਉਹ ਸਭ ਕੁਝ ਜਾਣਦਾ ਹੈ। ਤਾਂ ਇਸੇ ਕਰਕੇ ਸਾਧ ਸੰਗਤ ਜੀ ਅੱਜ ਜੋ ਆਪਾਂ ਚਾਰ ਅੱਖਰ ਦੀ ਮਹਾਨਤਾ ਸਰਵਣ ਕੀਤੀ ਹੈ, ਤਾਂ ਸਤਿਗੁਰ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸੰਗਤ ਨੂੰ ਸਮਝਾਉਣਾ ਕਰਦੇ ਨੇ, ਸੰਗਤ ਜੀ ਇਹ ਜੋ ਅਰਦਾਸ ਅੱਜ ਤੁਹਾਨੂੰ ਬਖਸ਼ਿਸ਼ ਕਰ ਰਹੇ ਆ ਨਾ, ਇਹ ਚਾਰ ਅੱਖਰ ਜੋੜ ਕੇ ਸਤਿਗੁਰਾਂ ਨੇ ਅਰਦਾਸ ਦਾ ਜਿਹੜਾ ਨਾਮ ਦਿੱਤਾ ਹੈ, ਇਹ ਪਾਵਰ ਇੱਕ ਅਕਾਲ ਪੁਰਖ ਪਰਮਾਤਮਾ ਦੀ ਹੀ ਹੈ। ਇਹ ਚਾਰੇ ਅੱਖਰਾਂ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਖੁਦ ਵਾਸ ਹੈ, ਕਿਉਂਕਿ ਐੜੇ ਨਾਲ ਅੰਤਰਜਾਮੀ, ਅੰਤਰਜਾਮੀ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ। ਰਾਰੇ ਨਾਲ ਰਾਖਾ ਰਖਵਾਲਾ, ਸਾਡੀ ਰੱਖਿਆ ਕੌਣ ਕਰ ਸਕਦਾ ਹੈ? ਅਕਾਲ ਪੁਰਖ ਪਰਮਾਤਮਾ। ਤੀਜਾ ਦੱਦਾ, ਦੱਦਾ ਕੌਣ ਹੈ? ਦਾਤਾਰ। ਹੁਣ ਦਾਤਾ ਕੌਣ ਹੈ? ਜਿਹੜਾ ਸਾਨੂੰ ਖਵਾਉਂਦਾ ਹੈ, ਜਿਹੜਾ ਸਾਨੂੰ ਦਾਤਾ ਦਿੰਦਾ ਹੈ, ਸਾਡੀ ਜ਼ਰੂਰਤ ਨੂੰ ਪੂਰੀ ਕਰਦਾ ਹੈ, ਉਹ ਦੇਣ ਵਾਲਾ। ਤੇ ਚੌਥਾ ਕੌਣ ਹੈ? ਸੱਸਾ ਸਹਾਰਾ। ਸਹਾਰਾ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ, ਜਿਹਦੇ ਸਹਾਰੇ ਦੇ ਨਾਲ ਅਸੀਂ ਦੁਨੀਆ ਵਿੱਚ ਜਿਉਂਦੇ ਹਾਂ। ਇਹ ਚਾਰੇ ਪਾਵਰਾਂ ਨੂੰ ਇਕੱਠਾ ਕਰਕੇ ਸਤਿਗੁਰ ਮਹਾਰਾਜ ਜੀ ਨੇ ਇੱਕ ਨਾਮ ਦੇਤਾ, ਅਰਦਾਸ। ਸੋ ਸੰਗਤ ਜੀ ਇਹ ਜੋ ਅਰਦਾਸ ਗੁਰੂ ਘਰ ਦੇ ਵਿੱਚ ਕੀਤੀ ਜਾਂਦੀ ਹੈ, ਇਹ ਚਾਰੇ ਅੱਖਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜੋੜ ਕੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ। ਸੋ ਸੰਗਤ ਜੀ ਜਦੋਂ ਵੀ ਆਪਾਂ ਕਿਤੇ ਵੀ ਕੋਈ ਅਰਦਾਸ ਕਰਾਉਂਦੇ ਆ ਜਾਂ ਕਰਦੇ ਆ, ਉਹਦੇ ਵਿੱਚ ਸ਼ਰਧਾ ਤੇ ਭਾਵਨਾ ਹੋਣੀ ਬਹੁਤ ਹੀ ਜ਼ਰੂਰੀ ਹੈ, ਕਿਉਂਕਿ ਸਤਿਗੁਰੂ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਸ਼ਰਧਾ ਤੇ ਭਾਵਨਾ ਨਾਲ ਅਰਦਾਸ ਕੀਤੀ ਹੋਈ ਕਦੇ ਵੀ ਬਿਰਥੀ ਨਹੀਂ ਜਾਂਦੀ, ਕਿਉਂਕਿ ਸਤਿਗੁਰੂ ਮਹਾਰਾਜ ਗੁਰਬਾਣੀ 'ਚ ਕਹਿੰਦੇ ਨੇ ਬਿਰਥੀ ਕਦੇ ਨਾ ਹੋਵਈ ਜਨ ਕੀ ਅਰਦਾਸ। ਇਹਦੇ ਬਾਰੇ ਆਪਾਂ ਫਿਰ ਵਿਚਾਰ ਕਰਾਂਗੇ। ਸਵਾਓ ਸੰਗਤ ਜੀ,
ਜੋ ਅਰਦਾਸ ਦੇ 4 ਅੱਖਰ ਦੇ ਆਪਾਂ ਅੱਜ ਇਹ ਮਹਾਨਤਾ ਸਰਵਣ ਕੀਤੀ ਹੈ। ਸੋ ਇਸ ਮਹਾਨਤਾ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੋਈ ਹੈ, 4 ਅੱਖਰਾਂ ਤੇ ਅਰਦਾਸ, ਉਹਦੇ ਬਾਰੇ ਆਪਾਂ ਵਿਚਾਰ ਸਾਂਝੇ ਕੀਤੇ ਨੇ। ਸੋ ਅੱਗੇ ਅਰਦਾਸ ਕੀ ਹੈ ਤੇ ਕਿਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਜੋ ਵੀ ਇਹਦੇ ਵਿੱਚ ਨਾਮ ਦਰਜ ਕੀਤੇ ਗਏ ਨੇ, ਸਤਿਗੁਰੂ ਮਹਾਰਾਜ ਜੀ ਨੇ ਕਿਉਂ ਕੀਤੇ ਨੇ, ਕਿਵੇਂ ਕੀਤੇ ਨੇ, ਇਹਦੇ ਬਾਰੇ ਹੌਲੀ-ਹੌਲੀ ਆਪਾਂ ਅਗਲੇ ਐਪੀਸੋਡਾਂ ਦੇ ਵਿੱਚ ਸਰਵਣ ਕਰਦੇ ਰਹਾਂਗੇ। ਸੋ ਆਓ ਅੱਜ ਦੀ ਜੋ ਵਿਚਾਰ ਸਰਵਣ ਕੀਤੀ ਹੈ, ਇਹਦੇ ਵਿੱਚ ਕੋਈ ਵੀ ਭੁੱਲ ਚੁੱਕ ਹੋ ਗਈ ਹੋਵੇ ਤਾਂ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਅਕਾਲ ਪੁਰਖ ਪਰਮਾਤਮਾ ਅਤੇ ਆਪ ਜੀ ਕੀ ਸੰਗਤ ਬਖਸ਼ਣਯੋਗ ਹੈ। ਸੋ ਬਖਸ਼ ਲੈਣਾ। ਸੋ ਆਓ ਗੱਜ ਵੱਜ ਕੇ ਬੁਲਾਓ ਜੀ, ਫਤਿਹ ਆਖੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।